ਤੁਧ ਬਿਨ ਦੂਜਾ ਨਾਹੀ ਕੋਈ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰੇ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਪਰਮ ਸਤਿਕਾਰਯੋਗ ਸ਼ਬਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਵਾਇਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ ਸਤਿਗੁਰੂ ਨੇ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਰਸ ਭਿੰਨੇ ਕੀਰਤਨ ਅਸਾਂ ਨੇ ਸਰਵਣ ਕੀਤੇ ਹਨ। ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਜ਼ਿੰਦਗੀ ਦਾ ਮਨੋਰਥ ਜੋ ਸੀ, ਉਸ ਮਨੋਰਥ ਨੂੰ ਪੂਰਿਆਂ ਕਰਨ ਵਾਸਤੇ ਗੁਰੂ ਚਰਨਾਂ ਦੇ ਅੱਗੇ ਸੀਸ ਨਿਵਾਇਆ। ਰੋਜ਼ਾਨਾ ਦੀ ਤਰ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿੰਨਾਂ ਦਾ ਪਾਵਨ ਵਾਕ ਜੋ ਅਸੀਂ ਅੰਮ੍ਰਿਤ ਵੇਲੇ ਸਰਵਣ ਕੀਤਾ, ਉਹਨਾਂ ਦੀ ਵਿਚਾਰ ਕਰਨੀ ਹੈ। ਬੜੇ ਅਦਬ ਸਤਿਕਾਰ ਦੇ ਨਾਲ ਸਾਰੀ ਸੰਗਤ ਸੀਸ ਝੁਕਾ ਕੇ ਗੁਰੂ ਸਾਹਿਬ ਦੇ ਕੋਲੋਂ ਆਗਿਆ ਪ੍ਰਾਪਤ ਕਰੀਏ। ਬੜੇ ਅਦਬ ਸਤਿਕਾਰ ਨਾਲ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਪਾਵਨ ਬਚਨ ਜੋ ਆਪ ਜੀ ਨੇ ਸਰਵਣ ਕੀਤਾ ਹੈ, ਤਿਲੰਗ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ। ਘਰ ਦੂਜਾ ਭਾਵ ਦੂਸਰੇ ਘਰ ਦੇ ਵਿੱਚ ਇਹਨੂੰ ਗਾਉਣ ਦੀ ਤਾਕੀਦ ਕੀਤੀ ਹੈ। ਜਿਹੜੇ ਰਾਗੀ ਵੀਰ ਨੇ, ਕੀਰਤਨ ਕਰਨ ਵਾਲੇ ਨੇ, ਉਹਨਾਂ ਵਾਸਤੇ ਇਹ ਸੰਕੇਤ ਕੀਤਾ ਕਿ ਇਹ ਪਾਵਨ ਜਿਹੜਾ ਸ਼ਬਦ ਹੈ, ਇਸ ਨੂੰ ਦੂਸਰੇ ਘਰ ਵਿੱਚ ਗਾਉਣਾ। ਮਹੱਲਾ ਪੰਜਵਾਂ ਭਾਵ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ। ਇਸ ਸ਼ਬਦ ਦਾ ਰਹਾਉ ਵਾਲਾ ਪਦਾ ਹੈ, ਸਭ ਉਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ। ਭਾਵ ਅਰਥ ਇਹ ਹੈ ਕਿ ਸਭ ਤੋਂ ਉੱਚਾ ਤੇ ਸਭ ਨੂੰ ਆਸਰਾ ਦੇਣ ਵਾਲਾ, ਸਾਰਿਆਂ ਦੇ ਉੱਤੇ ਰਹਿਮਤ ਭਰਿਆ ਹੱਥ ਰੱਖਣ ਵਾਲਾ ਕੌਣ ਹੈ? ਪਾਰ ਬ੍ਰਹਮ। ਸਭ ਉੱਪਰ, ਸਾਰਿਆਂ ਦੇ ਉੱਤੇ ਕੌਣ ਹੈ? ਪਾਰ ਬ੍ਰਹਮ। ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਹੋਰ ਕੋਈ ਨਹੀਂ। ਸਭ ਤੋਂ ਉੱਚਾ ਉਹੀ ਹੈ, ਸਾਰਿਆਂ ਦੇ ਉੱਤਰ, ਸਾਰਿਆਂ ਦੇ ਉੱਪਰ ਰਹਿਮਤ ਭਰਿਆ ਹੱਥ ਰੱਖਣ ਵਾਲਾ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ, ਸਾਰਿਆਂ ਨੂੰ ਜੀ ਦਾਨ ਦੇਣ ਵਾਲਾ, ਸਾਹ ਦੇਣ ਵਾਲਾ, ਉਹ ਪਰਮਾਤਮਾ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਖ ਰਹੇ ਨੇ, ਤੇਰੀ ਟੇਕ ਤੇਰਾ ਆਧਾਰ। ਤੇਰੀ ਟੇਕ, ਟੇਕ ਦਾ ਭਾਵ ਅਰਥ ਹੈ ਆਸਰਾ। ਤੇਰੀ ਟੇਕ ਤੇ ਨਾਲ ਅਗਲਾ ਸ਼ਬਦ ਹੈ ਤੇਰਾ ਆਧਾਰ। ਆਧਾਰ ਦਾ ਭਾਵ ਅਰਥ ਹੈ ਸਹਾਰਾ।
ਆਸਰਾ ਤੇ ਸਹਾਰਾ। हे ਪ੍ਰਮਾਤਮਾ, ਇਹ ਦੋਵੇਂ ਤੇਰੇ ਹੀ ਨੇ, ਕਿਉਂਕਿ ਤੂੰ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਜੀਆਂ ਦਾ ਤੂੰ ਦਾਤਾ ਹੈ। ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਨਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਸਾਰਿਆਂ ਦਾ ਰਿਜ਼ਕ ਦਾਤਾ ਹੈ, ਤੇ ਕੇਵਲ ਇਹ ਨਹੀਂ ਕਿ ਉਹਨੇ ਦਿੱਤਾ ਤਾਂ ਤੁਹਾਨੂੰ ਮਿਹਣਾ ਮਾਰੇਗਾ, ਤੁਹਾਨੂੰ ਇਹ ਆਖੇਗਾ ਕਿ ਭਾਈ ਮੈਂ ਤੁਹਾਨੂੰ ਦਿੱਤਾ, ਮੈਂ ਥੱਕ ਗਿਆ, ਹੁਣ ਨਹੀਂ ਮੈਂ ਦੇ ਸਕਦਾ। ਗੁਰੂ ਸਾਹਿਬ ਕਹਿੰਦੇ ਨਹੀਂ, ਉਹ ਤੇ ਸਾਰੇ ਜਗਤ ਨੂੰ ਵੰਡ ਰਿਹਾ, ਇੰਨਾ ਵੰਡ ਰਿਹਾ ਕਿ ਉਹਦੇ ਕੋਲੋਂ ਮੁੱਕ ਵੀ ਨਹੀਂ ਰਿਹਾ ਤੇ ਉਹ ਥੱਕਦਾ ਵੀ ਨਹੀਂ। ਥੱਕਦਾ ਕੌਣ ਹੈ? ਅਸੀਂ ਲੋਕ ਥੱਕ ਜਾਂਦੇ ਹਾਂ। ਦਿੰਦਾ ਦੇ ਲੈਂਦੇ ਥੱਕ ਪਾਹੇ। ਕਦੋਂ ਤੋਂ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜੁਗਾਂ ਜੁਗੰਤਰ ਖਾਹੀ ਖਾਏ। ਇੱਕ ਯੁੱਗ ਤੋਂ ਨਹੀਂ, ਕਈ ਯੁੱਗਾਂ ਤੋਂ। ਤੁਸੀਂ ਸਾਰੇ ਸਿਆਣੇ ਬੈਠੇ ਜੇ, ਸਾਡੇ ਬਜ਼ੁਰਗ, ਬਜ਼ੁਰਗਾਂ ਦੇ ਬਜ਼ੁਰਗ, ਉਹਨਾਂ ਦੇ ਅੱਗੇ ਬਜ਼ੁਰਗ, ਕਈ ਯੁੱਗਾਂ ਤੋਂ, ਇੱਕ ਤੋਂ ਨਹੀਂ ਕਈ ਯੁੱਗਾਂ ਤੋਂ ਉਹ ਆ ਰਹੇ ਨੇ, ਲੈਂਦੇ ਆ ਰਹੇ ਨੇ। ਠੀਕ ਹੈ ਕਿ ਸਾਡੀ ਸੋਚ ਜਿਹੜੀ ਹੈ ਉਹ ਬੜੀ ਨੀਵੇਂ ਪੱਧਰ ਵਾਲੀ ਹੈ। ਦਾਤਾ ਸਾਨੂੰ ਦਾਤਾਂ ਦੇ ਵੀ ਰਿਹਾ ਤੇ ਅਸੀਂ ਲੈ ਕੇ ਵੀ ਮੁੱਕਰ ਜਾਂਦੇ ਹਾਂ। ਜਦੋਂ ਪ੍ਰਮਾਤਮਾ ਦਾਤਾਂ ਦਿੰਦਾ ਨਾ, ਅਸੀਂ ਲੈ ਕੇ ਵੀ ਮੁੱਕਰ ਜਾਂਦੇ ਹਾਂ। ਸਭ ਤੋਂ ਪਹਿਲਾਂ ਪ੍ਰਮਾਤਮਾ ਨੇ ਇਹ ਤਨ ਦਿੱਤਾ, ਸਭ ਤੋਂ ਵੱਡੀ ਦਾਤ ਹੈ। ਤੁਸੀਂ ਕਿਸੇ ਉਸ ਧੀ ਦੇ ਕੋਲੋਂ, ਉਸ ਔਰਤ ਦੇ ਕੋਲੋਂ ਜਾ ਕੇ ਪੁੱਛੋ ਜਿਹਦੇ ਘਰ ਔਲਾਦ ਨਹੀਂ ਹੁੰਦੀ। ਸੰਸਾਰੀ ਬੋਲ ਵਿੱਚ ਉਹਨੂੰ ਬਾਂਝ ਆਖਿਆ ਜਾਂਦਾ ਹੈ ਕਿ ਇਹ ਬਾਂਝ ਹੈ। ਇਹ ਔਰਤ ਸੰਸਾਰ ਦੇ ਵਿੱਚ ਰਹਿਣ ਦੇ ਕਾਬਿਲ ਨਹੀਂ, ਇਹ ਔਲਾਦ ਪੈਦਾ ਨਹੀਂ ਕਰ ਸਕਦੀ। ਇਹੀ ਗੱਲ ਹੈ ਨਾ, ਇਹ ਸਾਡੀ ਇਹ ਸੋਚ ਹੈ। ਉਸ ਮਾਂ ਨੂੰ, ਉਸ ਔਰਤ ਨੂੰ ਪੁੱਛ ਕੇ ਵੇਖੋ ਜਿਹੜੀ ਔਲਾਦ ਪੈਦਾ ਨਹੀਂ ਕਰ ਸਕਦੀ, ਉਹ ਤਰਲੇ ਮਾਰਦੀ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਸਭ ਤੋਂ ਵੱਡੀ ਦਾਤ ਹੈ ਇਹ ਸਾਨੂੰ ਸਰੀਰ ਦਿੱਤਾ। ਫਿਰ ਇਹਦੇ ਨਾਲ ਕੋਈ ਇੱਕ ਅੰਗ ਵੀ ਘਟ ਜਾਵੇ ਨਾ, ਇੱਕ ਅੰਗ ਵੀ ਰਹਿ ਜਾਵੇ ਤੇ ਇਹ ਦੇਹ ਜਿਹੜੀ ਹੈ ਇਹ ਸਹੀ ਨਹੀਂ ਲੱਗਦੀ। ਗੁਰੂ ਸਾਹਿਬ ਕਹਿੰਦੇ ਇਹ ਅੱਖਾਂ ਦਿੱਤੀਆਂ, ਕੰਨ ਦਿੱਤੇ, ਨੱਕ ਲਾਇਆ, ਜ਼ੁਬਾਨ ਲਾਈ, ਸਰੀਰ ਦੇ ਸਭ ਤੋਂ ਜਿਹੜਾ ਮੇਨ ਪਾਰਟ ਹੈ ਇਹ ਫੇਸ, ਇਹ ਬੜਾ ਸੁੰਦਰ ਬਣਾਇਆ। ਫਿਰ ਇਹ ਸਰੀਰ ਦੇਣ ਤੋਂ ਬਾਅਦ ਵੀ ਜਿਹੜਾ ਵਾ ਨਾਲ ਨਾਲ ਤੁਹਾਨੂੰ ਜ਼ਿੰਦਗੀ ਦੇ ਵਿੱਚ ਰਿਜ਼ਕ ਦਿੱਤਾ। ਖਾਣ ਵਾਸਤੇ ਰੋਟੀ ਦਿੱਤੀ ਹੈ, ਪੀਣ ਵਾਸਤੇ ਪਾਣੀ ਦਿੱਤਾ। ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਪਾਣੀ ਨਹੀਂ ਮਿਲਦਾ, ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ। ਸਭ ਕੁਝ ਦਿੱਤਾ ਪ੍ਰਮਾਤਮਾ ਨੇ। ਇਹ ਸਰੀਰ ਦੇ ਉੱਤੇ, ਤਨ ਦੇ ਉੱਤੇ ਜਿਹੜਾ ਇਹ ਸ਼ਿੰਗਾਰ ਹੈ ਇਹ ਪ੍ਰਮਾਤਮਾ ਨੇ ਦਿੱਤਾ। ਠੀਕ ਹੈ, ਅਸੀਂ ਮੁੱਕਰ ਜਾਂਦੇ ਹਾਂ ਲੈ ਲੈ ਕੇ। ਕਿਉਂ? ਕਈ ਵਾਰ ਮੇਰੀਆਂ ਭੈਣਾਂ ਬੈਠੀਆਂ ਨੇ, ਇਸ ਸਰੀਰ ਨੂੰ ਸੋਹਣਾ ਬਣਾਉਣ ਵਾਸਤੇ, ਸੁਹੱਪਣ ਲਿਆਉਣ ਵਾਸਤੇ ਅਸੀਂ ਜਿਹੜੇ ਝੂਠੇ ਸਾਡੇ ਨਾਲ ਨਾ ਨਿਭਣ ਵਾਲੇ ਜਿਹੜੇ ਹਾਰ ਸ਼ਿੰਗਾਰ ਨੇ ਉਹਨਾਂ ਨੂੰ ਅਸੀਂ ਕਰਦੇ ਹਾਂ। ਜਿਹੜੇ ਬਿਊਟੀ ਪਾਰਲਰ ਤੇ ਜਾ ਕੇ ਆਪਣੇ ਤਨ ਨੂੰ ਸ਼ਿੰਗਾਰਦੇ ਨੇ ਨਾ, ਜਾਂ ਮੇਰੇ ਵੀਰ ਬੈਠੇ ਨੇ ਜਿਹੜੇ ਨਾਈਆਂ ਦੀ ਦੁਕਾਨ ਦੇ ਉੱਤੇ ਜਾ ਕੇ ਆਪਣੇ ਤਨ ਨੂੰ ਸ਼ਿੰਗਾਰਦੇ ਨੇ, ਉਹਨਾਂ ਨੂੰ ਪ੍ਰਮਾਤਮਾ ਤੇ ਭਰੋਸਾ ਹੀ ਨਹੀਂ। ਉਹਨਾਂ ਨੂੰ ਪ੍ਰਮਾਤਮਾ ਤੇ ਭਰੋਸਾ ਨਹੀਂ। ਇਸ ਸਰੀਰ ਉੱਤੇ ਜੋ ਕੁਝ ਵੀ ਦਿੱਤਾ ਨਾ ਇਹ ਪ੍ਰਮਾਤਮਾ ਵੱਲੋਂ। ਇੱਕ ਛੋਟੀ ਜੀ ਉਦਾਹਰਨ, ਕਿਸੇ ਨੇ ਆਣ ਕੇ ਪੁੱਛਿਆ ਕਿ ਭਾਈ ਇਹ ਜਿਹੜਾ ਤੁਸੀਂ ਦਾੜਾ ਰੱਖਿਆ ਏ, ਇਹ ਸਿਰ ਉੱਤੇ ਕੇਸ ਰੱਖੇ ਨੇ, ਕਿਉਂ ਰੱਖੇ ਨੇ? ਤੇ ਉਸ ਗੁਰਮੁਖ ਪਿਆਰੇ ਨੇ, ਰੱਬ ਦੀ ਬੰਦਗੀ ਵਾਲੇ ਨੇ ਇਹ ਗੱਲ ਆਖੀ ਸੀ ਕਿ ਭਲਿਓ ਮੈਂ ਰੱਖੇ ਨਹੀਂ, ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ, ਕੱਟੇ ਤੁਸੀਂ ਆ। ਰੱਖਣ ਦੀ ਗੱਲ ਥੋੜ੍ਹੀ ਹੈ। ਤੁਸੀਂ ਇਹਨਾਂ ਨੂੰ ਨਾ ਹੱਥ ਲਾਓ
ਤੇ ਇਹ ਤਨ ਉੱਤੇ ਐਨ ਸ਼ਿੰਗਾਰੇ ਜਾਣਗੇ। ਤੁਸੀਂ ਇਹਦੇ ਨਾਲ ਛੇੜਛਾੜ ਕਰੋਗੇ ਤੇ ਫਿਰ ਇਹ ਸਰੂਪ ਵਿਗੜੇਗਾ। ਅਸੀਂ ਵਿਗਾੜਦੇ ਹਾਂ, ਰੱਬ ਨੇ ਬਣਾਇਆ, ਅਸੀਂ ਵਿਗਾੜ ਲੈਂਦੇ ਹਾਂ ਸ਼ਾਇਦ ਭੁਲੇਖੇ ਵਿੱਚ ਆ ਕੇ। ਇਸੇ ਕਰਕੇ ਤੇ ਸੰਸਾਰ ਉੱਤੇ ਵੰਡੀਆਂ ਪਈਆਂ ਨਾ, ਚਾਰ ਜਿਹੜੇ ਵਰਗ ਸਨ ਉਹ ਪੈਦਾ ਹੋ ਗਏ। ਬ੍ਰਾਹਮਣ ਆ ਗਿਆ, ਖੱਤਰੀ ਆ ਗਿਆ, ਵੈਸ਼ ਆ ਗਿਆ, ਸ਼ੂਦਰ ਆ ਗਿਆ। ਇਹ ਚਾਰ ਤਰ੍ਹਾਂ ਦੇ ਵਰਗ ਪੈਦਾ ਹੋ ਗਏ। ਫਿਰ ਰੰਗ, ਨਸਲ, ਜਾਤ, ਭੇਦ ਭਾਵ ਦੇ ਵਿੱਚ ਦੁਨੀਆ ਵੰਡੀ ਗਈ। ਤੇ ਸੱਚ ਜਾਣਿਓ, ਜਿਸ ਦਿਨ ਰੱਬ ਦਾ ਭਗਤ, ਚਾਹੇ ਉਹ ਬ੍ਰਾਹਮਣ ਹੈ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਕ੍ਰਿਸਚਨ ਹੈ, ਚਾਹੇ ਉਹ ਸਿੱਖ ਹੈ, ਜਿਸ ਦਿਨ ਇਹਨੇ ਆਪਣੇ ਤਨ ਦੇ ਨਾਲ ਛੇੜਛਾੜ ਨਾ ਕੀਤੀ, ਉਸ ਦਿਨ ਇਹ ਰੱਬ ਦਾ ਬੰਦਾ ਬਣ ਜਾਏਗਾ। ਫਿਰ ਉਹ ਮੰਦਿਰ ਵਿੱਚ ਜਾਂਦਾ ਹੋਇਆ ਵੀ ਪ੍ਰਵਾਨ ਹੈ, ਫਿਰ ਉਹ ਮਸਜਿਦ ਵਿੱਚ ਜਾਂਦਾ ਹੋਇਆ ਵੀ ਪ੍ਰਵਾਨ ਹੈ, ਤੇ ਗੁਰਦੁਆਰੇ ਆਇਆ ਹੋਇਆ ਵੀ ਉਹਦਾ ਪ੍ਰਵਾਨ ਹੈ। ਕਿਉਂਕਿ ਗੁਰੂ ਸਾਹਿਬ ਦਾ ਵੀ ਹੁਕਮ ਹੈ ਨਾ ਕਿ ਇਹ ਲੋਕ ਕਹਿੰਦੇ ਨੇ ਇਹ ਮੁਸਲਮਾਨ ਹੈ, ਇਹ ਹਿੰਦੂ ਹੈ, ਤੇ ਗੁਰੂ ਸਾਹਿਬ ਕਹਿੰਦੇ ਨਾ ਕੋ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕਾ ਪਿੰਡ ਪ੍ਰਾਣ। ਇਹ ਜਿਹੜਾ ਸਰੀਰ ਹੈ ਰਾਮ ਦਾ ਦਿੱਤਾ ਹੋਇਆ, ਅੱਲਾਹ ਦਾ ਦਿੱਤਾ ਹੋਇਆ, ਰੱਬ ਦਾ ਦਿੱਤਾ ਹੋਇਆ, ਕਿਸੇ ਦਾ ਥੋੜ੍ਹਾ ਦਿੱਤਾ ਹੋਇਆ। ਤੇ ਕੋਈ ਇਹ ਆਖੇ ਕਿ ਮੈਂ ਅੱਲਾਹ ਨੂੰ ਖਰੀਦ ਲਿਆ, ਮੈਂ ਰਾਮ ਨੂੰ ਖਰੀਦ ਲਿਆ, ਮੈਂ ਵਾਹਿਗੁਰੂ ਨੂੰ ਖਰੀਦ ਲਿਆ, ਕਿਸੇ ਵਿੱਚ ਕੋਈ ਹੈਸੀਅਤ ਨਹੀਂ। ਕਿਉਂਕਿ ਦਿੰਦਾ ਦੇ ਲੈਂਦੇ ਥੱਕ ਪਾਏ ਕਈ ਯੁਗਾਂ ਤੋਂ, ਸਭ ਉੱਪਰ ਪਾਰ ਬ੍ਰਹਮ ਦਤਾਰ, ਸਾਰਿਆਂ ਤੋਂ ਉੱਚਾ ਤੇ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਉਹ ਪਰਮਾਤਮਾ ਹੈ, ਵਾਹਿਗੁਰੂ ਹੈ। ਇਹ ਕੇਵਲ ਸਾਡੇ ਵਿੱਚ ਵੰਡੀਆਂ ਨੇ। ਤੇ ਗੁਰੂ ਸਾਹਿਬ ਕਹਿੰਦੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸਿਵੈ ਗੁਸਾਈਆਂ, ਕੋਈ ਅਲਾਏ। ਉਹ ਤੇ ਇੱਕ ਹੈ, ਨਾਮ ਕੋਈ ਵੀ ਹੋ ਸਕਦਾ, ਉਹ ਇੱਕ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਜੀਆਂ ਦਾ ਇੱਕੋ ਹੀ ਰਿਜ਼ਕ ਦਾਤਾ ਹੈ, ਜਿਹੜਾ ਕਈਆਂ ਯੁਗਾਂ ਤੋਂ ਸਾਨੂੰ ਦਿੰਦਾ ਆ ਰਿਹਾ, ਤੇ ਅਸੀਂ ਲੈਂਦੇ ਹੋਏ ਥੱਕ ਜਾਂਦੇ ਹਾਂ। ਜੁਗਾਂ ਜੁਗੰਤਰ ਖਾਹੀ ਖਾਹੇ, ਕਈ ਯੁਗਾਂ ਤੋਂ ਇੱਕ ਤੋਂ ਨਹੀਂ। ਇਸ ਕਰਕੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰ ਰਹੇ ਨੇ ਕਿ ਭਲਿਓ ਉਹ ਸਾਰਿਆਂ ਤੋਂ ਉੱਚਾ ਹੈ, ਸਭਨਾਂ ਦੇ ਉੱਪਰ ਰਹਿਮਤ ਭਰਿਆ ਹੱਥ ਰੱਖਣ ਵਾਲਾ ਹੈ, ਪਾਰ ਬ੍ਰਹਮ, ਸਾਰਿਆਂ ਨੂੰ ਦਾਤਾਰ, ਦਾਤਾਂ ਦੇਣ ਵਾਲਾ ਹੈ। ਇਸ ਕਰਕੇ ਉਹਦਾ ਆਸਰਾ ਤੱਕਣਾ ਚਾਹੀਦਾ ਹੈ, ਉਹਦਾ ਸਹਾਰਾ ਲੈਣਾ ਚਾਹੀਦਾ ਹੈ। ਉਹਦਾ ਸਹਾਰਾ ਲਿਆ ਮਨੁੱਖ ਕਦੇ ਵੀ ਡੋਲਦਾ ਨਹੀਂ। ਵਾਹਿਗੁਰੂ ਸਾਹਿਬ ਜੀ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਇਹ ਆਰੰਭਤਾ ਵਾਲੀ ਪੰਕਤੀ ਹੈ, ਪਹਿਲਾ ਬੰਦ ਹੈ ਇਸ ਸ਼ਬਦ ਦਾ। ਜਿਸ ਤਰ੍ਹਾਂ ਰਹਾਉ ਵਾਲੇ ਪਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਇਹ ਪਹਿਲਾਂ ਤਾਂ ਵਿਚਾਰਿਆ ਜਾਂਦਾ ਕਿਉਂਕਿ ਜਿੰਨਾ ਵੀ ਸ਼ਬਦ ਦਾ ਭਾਵ ਅਰਥ ਹੈ ਉਹ ਰਹਾਉ ਵਾਲੇ ਪਦੇ ਵਿੱਚ ਹੈ। ਇੱਥੇ ਪਾਰ ਬ੍ਰਹਮ ਦਤਾਰ ਦੀ ਗੱਲ ਕੀਤੀ ਹੈ ਕਿ ਦਾਤਾਂ ਦੇਣ ਵਾਲਾ ਹੈ, ਸਾਰਿਆਂ ਦੇ ਉੱਤੇ ਰਹਿਮਤ ਭਰਿਆ ਹੱਥ ਰੱਖਣ ਵਾਲਾ ਹੈ। ਉਹਦਾ ਆਸਰਾ, ਉਹਦਾ ਸਹਾਰਾ ਤੱਕਣਾ ਚਾਹੀਦਾ ਹੈ। ਕਿਉਂਕਿ ਸਭਨਾਂ ਤੋਂ ਉੱਚਾ ਹੈ। ਹੁਣ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਵਡਿਆਈ ਕਰਨ ਲੱਗੇ ਨੇ ਪ੍ਰਮਾਤਮਾ ਦੀ। ਕਹਿੰਦੇ ਦੁੱਧ ਬਿਨ ਦੂਜਾ ਨਾ ਹੀ ਕੋਈ, ਪ੍ਰਮਾਤਮਾ ਤੇਰੇ ਤੋਂ ਬਗੈਰ ਹੈ ਹੀ ਕੋਈ ਨਹੀਂ। ਹੈ ਕੋਈ ਉਹਦੇ ਤੋਂ ਉੱਚਾ? ਗੁਰੂ ਸਾਹਿਬ ਨੂੰ ਪੁੱਛੀਏ, ਸੋਦਰ ਕਰਦੇ ਹਾਂ ਨਾ ਅਸੀਂ। ਤੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਖ ਰਹੇ ਨੇ ਕਿ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ ਜੀ, ਉਹ ਸਾਰਿਆਂ ਤੋਂ ਉੱਚਾ ਹੈ, ਸਾਰਿਆਂ ਤੋਂ ਵੱਡਾ ਹੈ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਹੈ। ਤੇ ਸਾਰੇ ਉਹਨੂੰ ਧਿਆਉਣਾ ਕਰਨ, ਉਹਦਾ ਨਾਮ ਜਪਣ, ਉਹਦੇ ਨਾਮ ਜਪ ਕੇ ਉਹਦੀ ਸਲਾਹਣਾ ਕਰਨ, ਕਿਉਂਕਿ ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਵਈ ਹੈ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਤੂੰ ਜੋ ਕਰਦਾ ਹੈ ਉਹੀ ਕੁਝ ਹੁੰਦਾ ਹੈ। ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾ ਹਿਨ ਕੋਏ। हे ਪ੍ਰਮਾਤਮਾ ਜੀ, ਤੂੰ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਤੇ ਤੂੰ ਹੀ ਕਰਨ ਆ ਰਿਹਾ। ਇਸ ਧਰਤੀ ਦੇ ਉੱਤੇ ਹੋਰ ਕੀ ਹੈ? ਤੇਰਾ ਜ਼ੋਰ, ਤੇਰੀ ਮਨ ਟੇਕ, ਤੇਰਾ ਹੀ ਬਲ ਹੈ, ਤੇਰਾ ਹੀ ਤਾਣ ਹੈ।
ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਇਹ ਪਰਮਾਤਮਾ ਜੀਓ ਮੈਨੂੰ ਤੇਰਾ ਹੀ ਤਾਣ ਹੈ, ਬਲ। ਬਲ ਵਿੱਚ ਤਾਕਤ, ਤਾਕਤ ਵਾਲਾ ਹੈ ਨਾ ਤੂੰ ਪਰਮਾਤਮਾ, ਤੂੰ ਹੀ ਤੇ ਤਾਕਤ ਦਿੱਤੀ ਹੈ, ਤੂੰ ਹੀ ਤੇ ਮੇਰਾ ਸਹਾਰਾ ਹੈ। ਜੇ ਤੇਰੀ ਤਾਕਤ ਨਾ ਹੋਵੇ ਤੇ ਮੇਰੀ ਕੀ ਸ਼ਕਤੀ ਹੈ ਕਿ ਮੈਂ ਇਸ ਧਰਤੀ ਦੇ ਉੱਤੇ ਕੁਝ ਜਰ ਸਕਾਂ। ਗਰਮੀ ਅੱਤ ਦੀ ਪੈਂਦੀ ਅਸੀਂ ਜਰ ਲੈਂਦੇ ਹਾਂ, ਪਰਮਾਤਮਾ ਦਾ ਬਲ ਹੈ। ਜੇ ਪਰਮਾਤਮਾ ਦਾ ਬਲ, ਪਰਮਾਤਮਾ ਦਾ ਉਤਾਣ, ਤਾਕਤ ਨਾ ਹੋਵੇ, ਆਸਰਾ ਨਾ ਹੋਵੇ ਤੇ ਮਨੁੱਖ ਨਾਸਤੋਂ ਨੂੰ ਬੂਧ ਹੋ ਜਾਂਦਾ, ਸੜ ਜਾਂਦਾ। ਤੇ ਕਈ ਐਸੇ ਜ਼ਿੰਦਗੀ ਦੇ ਵਿੱਚ ਜਦੋਂ ਅੰਦਰੋਂ ਆਸਰਾ ਖਤਮ ਹੋ ਜਾਂਦਾ, ਫਿਰ ਦੁਨੀਆ ਤੋਂ ਰੁਸਕਤ ਹੋ ਜਾਂਦੇ ਨੇ, ਚਲੇ ਜਾਂਦੇ ਨੇ। ਤੇ ਗੁਰੂ ਸਾਹਿਬ ਆਖ ਰਹੇ ਨੇ ਕਿ ਹੇ ਪਰਮਾਤਮਾ ਜੀ, ਮੈਨੂੰ ਤੇਰਾ ਜੋਰ, ਤੇਰਾ ਤਾਣ ਜਿਹੜਾ ਹੈ, ਤੇਰਾ ਆਸਰਾ ਜਿਹੜਾ ਹੈ ਨਾ, ਤੇਰੀ ਮਨ ਟੇਕ, ਤੇਰਾ ਸਹਾਰਾ ਇਹ ਮੈਨੂੰ ਹੈ। ਤੇ ਮੈਂ ਸਦਾ ਇਸ ਧਰਤੀ ਦੇ ਉੱਤੇ ਜਿਉਂਦਾ ਹਾਂ, ਪਰ ਜਿਉਂਦਾ ਤਾਂ ਹਾਂ ਜਦੋਂ ਤੱਕ ਤੇਰਾ ਸਹਾਰਾ ਹੋਵੇ, ਤੇਰਾ ਆਸਰਾ ਹੋਵੇ। ਸਦਾ ਸਦਾ ਜਪ ਨਾਨਕ ਏਕ। ਇਹ ਭਾਈ ਸਦਾ ਉਹਨੂੰ ਜਪਣਾ ਚਾਹੀਦਾ ਹੈ। ਕਿਹਨੂੰ? ਇੱਕ ਨੂੰ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ, ਇੱਕ ਇਹੀ ਹੈ। ਧਰਤੀ ਦੇ ਉੱਤੇ ਸਨਾਤਨੀ ਧਰਮ ਵਾਲਿਆਂ ਨੇ ਪਰਮਾਤਮਾ 3 ਸਰੂਪ ਬਣਾ ਦਿੱਤੇ ਆ। ਧਿਆਨ ਦੇਣਾ, ਜਪਜੀ ਸਾਹਿਬ ਦੇ ਅੰਦਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਨਾ, ਤੇ 30 ਨੰਬਰ ਤੇ ਪੌੜੀ, 29 ਜਾਂ 30 ਨੰਬਰ ਤੇ ਪੌੜੀ ਆਉਂਦੀ ਹੈ। 30 ਨੰਬਰ ਦੀ ਇਹ ਪੌੜੀ ਹੈ, ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੇ ਬਾਣ। ਪਰਮਾਤਮਾ 3 ਪੈਦਾ ਕਰ ਦਿੱਤੇ ਸਨਾਤਨੀ ਧਰਮ ਵਾਲਿਆਂ ਨੇ। ਇੱਕ ਪੈਦਾ ਕਰਨ ਵਾਲਾ ਹੈ ਬ੍ਰਹਮਾ, ਇੱਕ ਰਿਜ਼ਕ ਦੇਣ ਵਾਲਾ ਹੈ ਤੇ ਇੱਕ ਮੌਤ ਦੇਣ ਵਾਲਾ ਹੈ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪੌੜੀ ਵਿੱਚ ਕਲੀਅਰ ਕਰ ਦਿੱਤਾ, ਕਿਉਂਕਿ ਆਰੰਭਤਾ ਵਿੱਚ ਮੂਲ ਮੰਤਰ ਹੈ ਜਪਜੀ ਸਾਹਿਬ ਦੇ, ਜੋ ਸਾਰੀ ਬਾਣੀ ਦਾ ਕੇਂਦਰੀ ਭਾਵ ਹੈ। ਕਿਉਂਕਿ ਇੱਕ ਦੇ ਦੁਆਲੇ ਘੁੰਮਦਾ ਇੱਕ ਓੰਕਾਰ, ਪਰਮਾਤਮਾ ਹੈ ਹੀ ਇੱਕ, ਸਾਰਿਆਂ ਵਿੱਚ ਵਿਆਪਕ ਹੈ। ਰਿਜ਼ਕ ਦੇਣ ਵਾਲਾ ਹੀ ਉਹ ਹੈ, ਜੀ ਦਾਨ ਦੇਣ ਵਾਲਾ ਵੀ, ਭਾਵ ਜ਼ਿੰਦਗੀ ਦੇਣ ਵਾਲਾ ਵੀ ਉਹ ਹੈ, ਤੇ ਮੌਤ ਦੇਣ ਵਾਲਾ ਹੀ ਉਹ, ਸਭ ਕੁਝ ਹੀ ਉਹ ਹੈ ਇੱਕ ਹੀ ਹੈ। ਇੱਥੇ ਹੁਣ ਇਹੀ ਬਖਸ਼ਿਸ਼ ਕੀਤੀ ਹੈ ਨਾ ਕਿ ਤੁਧ ਬਿਨ ਦੂਜਾ ਨਾ ਹੀ ਕੋਈ, ਤੇਰੇ ਤੋਂ ਬਗੈਰ ਦੂਜਾ ਹੋਰ ਕੋਈ ਹੈ ਹੀ ਨਹੀਂ। ਪਰਮਾਤਮਾ ਹੈ ਹੀ ਇੱਕ ਤੇ ਸਭਨਾਂ ਨੂੰ ਰਿਜ਼ਕ ਦੇਣ ਵਾਲਾ। ਹੁਣ ਗੁਰੂ ਨਾਨਕ ਸਾਹਿਬ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ ਕਿ ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਹ ਸਨਾਤਨੀ ਮੱਤ ਸੀ। ਤੇ ਗੁਰੂ ਸਾਹਿਬ ਨੇ ਅੱਗੇ ਬਖਸ਼ਿਸ਼ ਕਰ ਦਿੱਤਾ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ। ਬਹੁਤਾ ਇਹ ਵਡਾਣ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਵੇਸ ਉਹਦਾ ਇੱਕ ਹੀ ਹੈ, ਇੱਕ ਨਹੀਂ ਯੁੱਗ ਤੋਂ, ਕਈ ਯੁੱਗਾਂ ਤੋਂ, ਹਰ ਯੁੱਗ ਦੇ ਵਿੱਚੋਂ ਉਹਦਾ ਵੇਸ ਇੱਕ ਹੀ ਹੈ। ਪਾਉ ਦੇ ਵੇਸ ਬਹੁਤੇ ਨਹੀਂ ਹੈ। ਇਹ ਅਸੀਂ ਬਣਾਏ ਲੋਕਾਂ ਨੇ। ਮੈਂ ਬੇਨਤੀ ਕੀਤੀ ਨਾ, ਜਿਸ ਦਿਨ ਅਸੀਂ ਆਪਣੇ ਇਸ ਤਨ ਦੇ ਨਾਲ ਛੇੜਛਾੜ ਨਾ ਕਰਾਂਗੇ, ਆਪਣੇ ਸਰੀਰ ਦੇ ਨਾਲ ਇਹਦੇ ਉੱਤੋਂ ਰੋਮ ਨਾ ਕੱਟਾਂਗੇ, ਭਾਵ ਇਹ ਜਿਹੜੇ ਕੇਸ ਨੇ ਜਿਨ੍ਹਾਂ ਨੂੰ ਤੁਸੀਂ ਵਾਲ ਆਖਦੇ ਜੇ, ਇਹਨਾਂ ਨੂੰ ਅਸੀਂ ਨਾ ਕੱਟਾਂਗੇ, ਉਸ ਦਿਨ ਇਹ ਸਰੀਰ ਜਿਹੜਾ ਸਰੂਪ ਜਿਹੜਾ ਇਹ ਰੱਬ ਦਾ ਸਰੂਪ ਭੇਜਿਆ ਹੋਇਆ ਬਣੇਗਾ। ਕਿਉਂਕਿ ਅਸੀਂ ਉਗਾਏ ਨਹੀਂ ਹੈ, ਕੋਈ ਐਸੀ ਮੈਡੀਸਨ ਨਹੀਂ ਲਈ, ਕੋਈ ਦਵਾਈ ਨਹੀਂ ਛਿੜਕੀ, ਕੋਈ ਕੈਮੀਕਲ ਨਹੀਂ ਵਰਤਿਆ। ਬਿਨਾਂ ਕੈਮੀਕਲ ਤੋਂ ਜਿਹੜਾ ਇਹ ਸਰੂਪ ਤਿਆਰ ਹੈ, ਇਹ ਰੱਬ ਦਾ ਭੇਜਿਆ ਹੋਇਆ ਸਰੂਪ ਹੈ। ਤੇ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਇਹ ਮੇਰਾ, ਇਹ ਸਭਨਾਂ ਦਾ ਹੈ। ਜੇ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਇਹ ਸੁਚੇਤ ਹੋ ਜਾਵੇ ਤੇ ਉਹ ਆਪਣੇ ਧਰਮ ਵਿੱਚ ਰਹਿੰਦਿਆਂ ਹੋਇਆਂ ਵੀ ਪ੍ਰਵਾਨ ਹੋ ਜਾਂਦਾ, ਪਰ ਇਹਨੂੰ ਛੇੜਛਾੜ ਨਾ ਕਰੇ। ਪੁਰਾਤਨ ਸਮੇਂ ਦੇ ਜਿੰਨੇ ਵੀ ਰਿਸ਼ੀ ਮੁਨੀ ਹੋਏ ਨੇ, ਜਿੰਨੇ ਵੀ ਪੀਰ ਪੈਗੰਬਰ ਹੋਏ ਨੇ, ਉਹਨਾਂ ਦੀਆਂ ਤੁਸੀਂ ਤਸਵੀਰਾਂ, ਅੱਜ ਦੇ ਸਮੇਂ ਥੋੜ੍ਹੀ ਬਹੁਤੀ ਛੇੜਛਾੜ ਹੋਈ ਹੈ, ਜਾਂ ਪੁਰਾਣੀਆਂ ਪੁਰਾਤਨ ਲਾਇਬ੍ਰੇਰੀਆਂ, ਪੁਰਾਤਨ ਅਜਾਇਬ ਘਰਾਂ ਦੇ ਵਿੱਚ ਜਾ ਕੇ, ਮਿਊਜ਼ੀਅਮਾਂ ਦੇ ਵਿੱਚ ਜਾ ਕੇ ਦੇਖੋਗੇ ਤੇ ਉਹਨਾਂ ਦੇ ਨਾਲ ਜਿੰਨੇ ਵੀ
ਪੀਰ ਪੈਗੰਬਰ ਹੋਏ ਨੇ, ਜਿੰਨੇ ਵੀ ਦੇਵਤੇ ਹੋਏ ਨੇ, ਸਭ ਦੇ ਸਿਰ ਉੱਤੇ ਕੇਸ ਨੇ। ਸਰੂਪ ਬਿਲਕੁਲ ਸੱਜਿਆ ਹੋਇਆ, ਤੇ ਕਿਸੇ ਦੀ ਜਾਹ ਨਹੀਂ ਕਿ ਉਹਨਾਂ ਦੇ ਸਰੂਪ ਦੇ ਨਾਲ ਕੋਈ ਛੇੜਛਾੜ ਕਰ ਜਾਏ, ਕਿਉਂਕਿ ਉਹ ਰੱਬ ਦੀ ਬੰਦਗੀ ਵਾਲੇ ਸਨ, ਤੇ ਰੱਬ ਦੀ ਬੰਦਗੀ ਵਾਲਿਆਂ ਨੂੰ ਪਤਾ ਵੀ ਇਸ ਸਰੂਪ ਦੇ ਨਾਲ ਛੇੜਛਾੜ ਨਹੀਂ ਕਰਨੀ। ਹੁਣ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਕਿ ਭਲਿਓ ਉਹ ਪਰਮਾਤਮਾ ਇੱਕ ਹੈ, ਬਹੁਤਾਤ ਨਹੀਂ, ਕੇਵਲ ਇੱਕ ਹੈ। ਇੱਕ ਦੇ ਨਾਲ ਫਿਰ ਉਹਦਾ ਸਰੂਪ ਵੀ ਦੱਸਿਆ, ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪ੍ਰਾਪਤ ਕਿੱਥੋਂ ਹੋਏਗੀ? ਗੁਰੂ ਦੀ ਕਿਰਪਾ ਸਦਕਾ। ਤੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਭਲਿਓ ਉਸ ਤੋਂ ਬਗੈਰ ਦੂਜਾ ਕੋਈ ਨਹੀਂ। ਇਹ ਸਦਾ ਉਹਦਾ ਸਿਮਰਨ ਕਰਨਾ ਚਾਹੀਦਾ ਹੈ, ਕਿਉਂਕਿ ਉਹਦਾ ਆਸਰਾ, ਉਹਦਾ ਸਹਾਰਾ ਲਿਆ ਜ਼ਿੰਦਗੀ ਸਫਲ ਹੋ ਜਾਂਦੀ ਹੈ, ਫਿਰ ਦੁੱਖ ਨਹੀਂ ਆਉਂਦੇ। ਸਤਿਗੁਰੂ ਜੀ ਅਗਲੇਰੇ ਪਦ ਦੇ ਅੰਦਰ ਬਖਸ਼ਿਸ਼ ਕਰਦੇ ਹਨ, ਹੈ ਤੂੰ ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਅਪਾਰ। ਪਰਮਾਤਮਾ ਜੀਓ, ਇਹ ਅਕਾਲ ਪੁਰਖ ਵਾਹਿਗੁਰੂ ਜੀਏ, ਤੂੰ ਹੀ ਹੈ ਇਸ ਧਰਤੀ ਦੇ ਉੱਤੇ, ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਅਪਹੁੰਚ, ਜਿਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ। ਅਗਮ ਅਗਾਧ ਊਚ ਅਪਾਰ, ਸਭ ਤੋਂ ਉੱਚਾ, ਜਿਹਦੇ ਤੱਕ ਅੱਪੜਿਆ ਨਾ ਜਾ ਸਕੇ, ਜਿਹਨੂੰ ਮਿਣਿਆ ਨਾ ਜਾ ਸਕੇ, ਤੋਲਿਆ ਨਾ ਜਾ ਸਕੇ। ਇਹ ਪਰਮਾਤਮਾ ਤੂੰ ਉਹ ਹੈ, ਸਭ ਤੋਂ ਵੱਡਾ ਹੈ। ਤੇ ਜਿਹੜੇ ਮਨੁੱਖ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜੋ ਤੁਧ ਸੇਵੈ ਹੈ ਤਿਨ ਭਉ ਦੁੱਖ ਨਾ ਹੈ। ਧਿਆਨ ਨਾਲ ਸੁਣਨਾ, ਸਭ ਤੋਂ ਉੱਚਾ ਹੈ, ਵੱਡਾ ਹੈ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਸਭ ਤੋਂ ਉੱਚਾ ਹੈ ਪਰਮਾਤਮਾ, ਤੇਰੇ ਗੁਣ ਬਹੁਤੇ ਨੇ। ਤੇ ਜਿਹੜੇ ਮਨੁੱਖ ਐਸੇ ਉੱਚੇ ਪਰਮਾਤਮਾ ਨੂੰ ਜੋ ਤੁਧ ਸੇਵ ਹੈ, ਜਿਹੜੇ ਤੈਨੂੰ ਧਿਆਉਂਦੇ ਹਨ, ਤਿੰਨ ਭਉ ਦੁੱਖ ਨਾ ਹੈ, ਤਿੰਨਾਂ ਨੂੰ ਡਰ ਤੇ ਦੁੱਖ ਨਹੀਂ ਆਉਂਦਾ। ਨਾ ਉਹ ਡਰਦੇ ਨੇ ਤੇ ਨਾ ਹੀ ਉਹਨਾਂ ਨੂੰ ਦੁੱਖ ਪਾਉਂਦਾ। ਮੇਰੀਆਂ ਮਾਤਾਵਾਂ ਬੈਠੀਆਂ ਨੇ, ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਈ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਤੇ ਇਹਨਾਂ ਸਿੰਘਾਂ ਸਿੰਘਣੀਆਂ ਦੇ ਵਿੱਚੋਂ ਉਹ ਮਾਤਾਵਾਂ ਸਨ ਜਿਨ੍ਹਾਂ ਨੇ ਸਵਾ ਮਣ ਦਾ ਪੀਸਣਾ ਪੀਸਿਆ, 60 ਕਿਲੋ ਕਣਕ ਹੱਥ ਦੇ ਨਾਲ ਚੱਕੀ ਦੇ ਉੱਤੇ ਪੀਣੀ। ਬੜਾ ਮੁਸ਼ਕਿਲ ਕੰਮ ਹੈ, ਸੋਚਣਾ ਤੇ ਆਖਣਾ 60 ਕਿਲੋ ਹੀ ਹੈ। ਅੱਜ ਤਾਂ ਮਸ਼ੀਨਰੀ ਯੁੱਗ ਆ ਗਿਆ ਨਾ। ਤੇ ਖਾਣ ਵਾਸਤੇ ਕੀ ਮਿਲਣਾ? ਇੱਕ ਚੱਪਾ ਰੋਟੀ, ਇੱਕ ਚਪਾਤੀ ਜਿਹੜੀ ਹੈ ਨਾ, ਇੱਕ ਚੱਪਾ, ਤੇ ਇੱਕ ਛੋਟਾ ਜਿਹਾ ਛੰਨਾ ਪਾਣੀ ਦਾ। ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਉਹਨਾਂ ਮਾਤਾਵਾਂ ਨੇ ਇਹ ਆਪਣੇ ਉੱਤੇ ਦੁੱਖ ਸਹਾਰਨਾ, ਤੇ ਸ਼ਾਮ ਨੂੰ ਫਿਰ ਕੀ ਆਖਣਾ? ਇਹ ਪਰਮਾਤਮਾ ਤੇਰੀ ਭਾਣੇ ਵਿੱਚ 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ, ਤਿੰਨ ਭਉ ਦੁੱਖ ਨਾ ਹੈ। ਦੁੱਖ ਮਿਟ ਜਾਂਦੇ ਨੇ ਫਿਰ ਉੱਥੇ ਜਾ ਕੇ। ਸਵਾ ਮਣ ਦਾ ਪੀਸਣਾ ਪੀ ਕੇ ਸ਼ਾਮ ਨੂੰ ਫਿਰ ਅਰਦਾਸ। ਇੱਥੋਂ ਤੱਕ ਹੀ ਨਹੀਂ, ਜਦੋਂ ਮਾਤਾਵਾਂ ਦੇ ਉੱਤੇ ਅਤਿਆਚਾਰ ਹੋਏ, ਅਤਿਆਚਾਰ ਹੋਣ ਤੋਂ ਬਾਅਦ ਗੋਦੀਆਂ ਵਿੱਚੋਂ ਛੋਟੇ ਛੋਟੇ ਬਾਲ ਜਿਹੜੇ ਸਨ, ਉਹਨਾਂ ਦੇ ਪੁੱਤਰ ਸਨ, ਜਿਹੜੇ ਬੱਚੇ ਸਨ, ਉਹਨਾਂ ਨੂੰ ਬਾਹਰ ਕੱਢਿਆ। ਉਹਨਾਂ ਦੇ ਟੋਟੇ ਕਰ ਕਰਕੇ, ਨੇਜ਼ਾਂ ਦੇ ਉੱਤੇ ਪਰੋ ਕੇ, ਗਲਾਂ ਵਿੱਚ ਹਾਰ ਪਾ ਕੇ, ਤੇ ਫਿਰ ਹਕੂਮਤ ਦੇ ਬਾਦਸ਼ਾਹ ਨੇ ਆਖਿਆ ਇਹ ਰੋਈਆਂ ਕਿ ਨਹੀਂ, ਇਹਨਾਂ ਗਿਲਾ ਕੀਤਾ ਕਿ ਨਹੀਂ ਆਪਣੇ ਗੁਰੂ ਦੇ ਨਾਲ। ਤੇ ਉਹਨਾਂ ਦੇ ਅਹਿਲਕਾਰਾਂ ਨੇ ਆਖਿਆ ਸੀ ਬਾਦਸ਼ਾਹ ਗਿਲਾ ਨਹੀਂ, ਅਰਦਾਸ ਹੋਈ ਹੈ। ਇੰਨਾ ਅਤਿਆਚਾਰ ਹੋਣ ਦੇ ਬਾਵਜੂਦ ਵੀ ਇੱਕੋ ਗੱਲ ਆਖਦੀਆਂ ਨੇ, ਪ੍ਰਮਾਤਮਾ ਤੇਰੇ ਭਾਣੇ ਵਿੱਚ ਦਿਨ ਸੁੱਖਾਂ ਦਾ ਬਤੀਤ ਹੋਇਆ, ਰਾਤ ਤੇਰੇ ਭਾਣੇ ਵਿੱਚ ਬਤੀਤ ਹੋਵੇ। ਤੇ ਅਖੀਰ ਉੱਤੇ ਜਿਹੜਾ ਇਹਨਾਂ ਦਾ ਸ਼ਬਦ ਹੈ ਨਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬਾਦਸ਼ਾਹ ਉਹਦੇ ਨਾਲ ਵੀ ਗਿਲਾ ਨਹੀਂ ਤੇ ਤੇਰੇ ਨਾਲ ਵੀ ਕੋਈ ਗਿਲਾ ਨਹੀਂ, ਤੈਨੂੰ ਵੀ ਕੋਈ ਮੰਦਾ ਸ਼ਬਦ ਨਹੀਂ। ਭਾਣਾ ਸਰਬੱਤ ਦਾ ਹੀ ਜਿਹੜਾ ਭਲਾ ਹੈ ਉਹ ਸਰਬੱਤ ਦਾ ਹੀ ਮੰਗਿਆ ਗਿਆ ਹੈ, ਉਹਦੇ ਵਿੱਚ ਤੁਸੀਂ ਵੀ ਆਉਂਦੇ ਜੇ। ਇਹ ਹੈ ਉਹ ਉੱਚੀ ਅਵਸਥਾ ਜਿਸ ਵਾਸਤੇ
ਜਿਸ ਬਾਰੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਜਿਹੜੇ ਉਹਨੂੰ ਸੇਵਦੇ ਨੇ ਨਾ, ਉਹਨਾਂ ਦੇ ਅੰਦਰ ਫਿਰ ਨਾ ਤੇ ਡਰ, ਕੋਈ ਡਰ ਨਹੀਂ, ਮੌਤ ਆ ਜਾਏ ਕੋਈ ਡਰ ਨਹੀਂ, ਕੋਈ ਪਰਵਾਹ ਨਹੀਂ, ਮਰ ਜਾਵਾਂਗੇ ਕੋਈ ਗੱਲ ਨਹੀਂ, ਕਿਉਂਕਿ ਇਹ ਸੂਰਮੇ ਦਾ ਹੱਕ ਹੈ, ਇਹ ਇੱਕ ਸਿੱਖ ਦਾ ਹੱਕ ਹੈ ਜਿਹੜਾ ਮੌਤ ਨੂੰ ਪ੍ਰਵਾਨ ਕਰਦਾ ਹੈ। ਤੇ ਗੁਰੂ ਸਾਹਿਬ ਆਖ ਰਹੇ ਨੇ ਕਿ ਭਾਈ ਜਿਹੜੇ ਉਹਨੂੰ ਸੇਵਦੇ ਨੇ, ਜਿਹੜੇ ਉਹਦਾ ਸਿਮਰਨ ਕਰਦੇ ਨੇ, ਭਾਈ ਉਹਨਾਂ ਨੂੰ ਨਾ ਤੇ ਫਿਰ ਡਰ, ਭਉ ਦਾ ਭਾਵ ਅਰਥ ਹੈ ਡਰ, ਤੇ ਨਾ ਹੀ ਫਿਰ ਉਹਨਾਂ ਨੂੰ ਦੁੱਖ ਜਿਹੜਾ ਹੈ ਉਹ ਪਹੁੰਚਦਾ ਹੈ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਭਾਈ ਇਹ ਗੁਣ ਕਿੱਦਾਂ ਗਾਇਆ ਜਾ ਸਕਦਾ? ਗਾਉਂਦੇ ਤੇ ਸਾਰੇ ਹੀ ਨੇ, ਸਾਰੇ ਰਾਮ ਰਾਮ ਜਪਦੇ ਨੇ, ਅੱਲਾ ਅੱਲਾ ਆਖਦੇ ਨੇ, ਵਾਹਿਗੁਰੂ ਵਾਹਿਗੁਰੂ ਆਖਦੇ ਨੇ, ਪਰ ਅਸਲ ਵਿੱਚ ਜਿਹੜਾ ਗਾਉਣਾ ਹੈ, ਜਿਹੜਾ ਭਿੱਜ ਕੇ ਗਾਉਣਾ ਹੈ, ਜਿਹਦੇ ਨਾਲ ਇਹ ਦੁੱਖ ਤੇ ਡਰ ਜਿਹੜੇ ਨੇ ਨੱਸ ਜਾਣਗੇ, ਉਹ ਗਾਉਣਾ ਬੜਾ ਮੁਸ਼ਕਲ ਹੈ। ਪਰ ਉਹ ਗਾਇਆ ਜਾ ਸਕਦਾ ਹੈ ਜਦੋਂ ਗੁਰੂ ਦੀ ਕਿਰਪਾ ਹੋਵੇ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਗੁਰੂ ਦੀ ਕਿਰਪਾ ਸਦਕਾ ਹੀ ਉਹ ਗੁਣ ਗਾਏ ਜਾ ਸਕਦੇ ਨੇ। ਸਤਿਗੁਰੂ ਜੀ ਤੀਸਰੇ ਪਦੇ ਅੰਦਰ ਬਖਸ਼ਿਸ਼ ਕਰਦੇ ਨੇ, ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਇਹ ਭਾਈ ਇਹ ਸਾਰਾ ਜਗਤ ਜੋ ਵੀ ਸਾਹਮਣੇ ਦਿਖ ਰਿਹਾ ਇਹ ਤੇਰਾ ਹੀ ਰੂਪ ਹੈ, ਤੇ ਤੇਰੇ ਜਿਹੜੇ ਗੁਣ ਨੇ, ਇਹ ਗੁਣਾਂ ਦਾ ਖਜ਼ਾਨਾ ਜਿਹੜਾ ਹੈ ਨਾ ਬਹੁਤ ਵੱਡਾ ਹੈ। ਇਹ ਪ੍ਰਮਾਤਮਾ ਜੀਓ, ਧਰਤੀ ਦੇ ਮਾਲਕ ਗੋਬਿੰਦ, ਧਰਤੀ ਨੂੰ ਪੈਦਾ ਕਰਨ ਵਾਲੇ ਵਾਹਿਗੁਰੂ ਜੀਓ, ਇਹ ਸਾਰੇ ਤੇਰੇ ਹੀ ਸਰੂਪ ਨੇ, ਤੇਰੇ ਗੁਣਾਂ ਦਾ ਖਜ਼ਾਨਾ ਬਹੁਤ ਵੱਡਾ ਹੈ। ਤੇ ਭਾਈ ਸਿਮਰ 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 ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਇਹ ਵੱਡੇ ਕਰਮ ਹੋਣ ਤੇ ਉਹਨਾਂ ਕਰਮਾਂ ਦੇ ਸਦਕਾ ਇਹ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿਹੜੇ ਤੇਰੇ ਜਨ ਨੇ, ਹੇ ਵਾਹਿਗੁਰੂ ਜੀਓ, ਜਿਹੜੇ ਤੈਨੂੰ ਪ੍ਰਵਾਨ ਹੋ ਗਏ ਨੇ, ਉਹ ਤੇਰਾ ਸਿਮਰਨ ਕਰਦੇ ਨੇ, ਤਾਂ ਕਰਦੇ ਨੇ ਕਿਉਂਕਿ ਇਹਨਾਂ ਦੇ ਕਰਮ ਵੱਡੇ ਨੇ। ਨਾਨਕ ਕਰਮ ਪ੍ਰਾਪਤ ਹੋਏ। ਕਰਮਾਂ ਦੇ ਨਾਲ ਹੀ ਇਸ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਤੇ ਅਖੀਰਲੇ ਪਦੇ ਅੰਦਰ, ਚੌਥੇ ਪਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜਿਨ ਜਪਿਆ ਤਿਸ ਕਉ ਬਲਿਹਾਰ। ਗੁਰੂ ਸਾਹਿਬ ਕਹਿੰਦੇ ਨੇ, ਧੰਨ ਗੁਰੂ ਅਰਜਨ ਪਾਤਸ਼ਾਹ ਜੀ, ਪੰਜਵੇਂ ਪਾਤਸ਼ਾਹ ਜੀ, ਕਿ ਜਿਨ੍ਹਾਂ ਨੇ ਜਪਿਆ ਨਾ, ਮੈਂ ਉਹਨਾਂ ਤੋਂ ਬਲਿਹਾਰ ਨਹੀਂ ਜਾਣਾ। ਜਿਨ ਜਪਿਆ ਤਿਸ ਕਉ ਬਲਿਹਾਰ। ਮੈਂ ਉਹਨਾਂ ਤੋਂ ਬਲਿਹਾਰ ਨਹੀਂ ਜਾਣਾ ਜਿਨ੍ਹਾਂ ਨੇ ਜਪਿਆ ਹੈ। ਤਿਸ ਕੈ ਸੰਗ ਤਰੈ ਸੰਸਾਰ। ਕਿਉਂ ਬਲਿਹਾਰ ਨਹੀਂ ਜਾਣਾ? ਕਿਉਂਕਿ ਉਹਨਾਂ ਦੇ ਨਾਲ ਸੰਸਾਰ ਵੀ ਤਰ ਜਾਂਦਾ। ਤਿਸ ਕੈ ਸੰਗ ਤਰੈ ਸੰਸਾਰ, ਉਹਦੇ ਨਾਲ ਜੁੜਿਆ, ਕਿਉਂਕਿ ਉਹ ਆਪ ਜਪਦਾ, ਆਪ ਜਪੈ, ਆਪ ਜਪੇ ਅਵਰਾ ਨਾਮ ਜਪਾਵੇ। ਉਹ ਆਪ ਵੀ ਜਪਦਾ ਤੇ ਹੋਰਨਾਂ ਨੂੰ ਵੀ ਉਹਦੇ ਨਾਮ ਦੇ ਨਾਲ ਜੋੜਦਾ ਕਿ ਭਲਿਓ ਵਾਹਿਗੁਰੂ ਦੇ ਨਾਲ ਜੁੜੋ, ਪਰਮਾਤਮਾ ਦੇ ਨਾਮ ਨਾਲ ਜੁੜੋ। ਇਸ ਕਰਕੇ ਭਾਈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਮੈਂ ਬਲਿਹਾਰ ਨਹੀਂ ਜਾਂਦਾ ਹਾਂ, ਕਿਉਂ ਉਹ ਆਪ ਜਪਦਾ ਹੈ ਤੇ ਦੂਸਰਿਆਂ ਨੂੰ ਵੀ ਜਪਾਉਂਦਾ ਹੈ, ਆਪ ਤਰਿਆ ਹੈ ਤੇ ਦੂਸਰਿਆਂ ਨੂੰ ਵੀ ਇਸ ਭਵਜਲ ਸਮੁੰਦਰ ਦੇ ਵਿੱਚੋਂ, ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਉਤਾਰ ਕਰ ਲੈਂਦਾ ਹੈ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾਂ ਕੀ ਬਾਂਸ਼ੋ ਤੂਰ। ਐਸੇ ਸਤਿਗੁਰੂ ਦੀ, ਐਸੇ ਪੁੱਗੇ ਹੋਏ ਪੁਰਸ਼ ਦੀ ਚਰਨਾਂ ਦੀ ਮੈਂ ਧੂੜ ਬਾਂਛਦਾ ਹਾਂ, ਮੰਗਦਾ ਹਾਂ। ਕਿਉਂਕਿ ਉਹ ਆਪ ਵੀ ਜਪਦਾ ਤੇ ਹੋਰਨਾਂ ਨੂੰ ਵੀ ਜਪਾਉਂਦਾ ਹੈ। ਨਾ ਕਹੋ ਨਾਨਕ ਪ੍ਰਭ ਲੋਚਾ ਪੂਰ। ਹੇ ਪ੍ਰਮਾਤਮਾ ਜੀ, ਉਹ ਮੇਰੇ ਮਨ ਦੀ ਇੱਛਾ ਹੈ, ਮੇਰੇ ਮਨ ਦੀ ਲੋਚਾ ਹੈ, ਉਹਨੂੰ ਪੂਰਿਆ ਕਰੋ। ਕਿਹੜੀ? ਸੰਤ ਜਨਾਂ ਕੀ ਬਾਂਸ਼ੋ ਪੂਰ। ਮੈਂ ਉਸੇ ਭਲੇ ਪੁਰਸ਼ਾਂ ਦੀ ਸੰਗਤ ਵਿੱਚ ਜੁੜ ਜਾਵਾਂ, ਮੈਂ ਗੁਰੂ ਦੇ ਨਾਲ ਜੁੜ ਜਾਵਾਂ, ਮੈਂ ਉਹਦੇ ਚਰਨਾਂ ਦੀ ਧੂੜ ਆਪਣੇ ਮੱਥੇ ਉੱਤੇ ਲਾਵਾਂ, ਕਿਉਂਕਿ ਉਹ ਆਪ ਜਪਦਾ ਤੇ ਹੋਰਨਾਂ ਨੂੰ ਵੀ ਜਪਾਉਂਦਾ ਹੈ। ਸੋ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ ਜੋ ਆਪ ਜੀ ਨੇ ਹੁਕਮ ਰੂਪ ਵਿੱਚ ਸਰਵਣ ਕੀਤਾ, ਜਿਸ ਦੀ ਅਸੀਂ ਵਿਚਾਰ ਕੀਤੀ ਹੈ, ਅਖੀਰ ਫਿਰ ਮੈਂ ਬੇਨਤੀ ਕਰਕੇ ਸਮਾਪਤੀ ਕਰਾਂ ਕਿ ਭਾਈ ਇਸ ਧਰਤੀ ਦੇ ਉੱਤੇ ਸਭ ਤੋਂ ਉੱਚਾ ਜਿਹੜਾ ਹੈ, ਸਾਰਿਆਂ ਦੇ ਉੱਤੇ ਰਹਿਮਤ ਭਰਿਆ ਹੱਥ ਰੱਖਣ ਵਾਲਾ ਹੈ, ਉਹ ਪਾਰ ਬ੍ਰਹਮ ਹੈ, ਪਰਮੇਸ਼ਰ ਹੈ।
ਸਾਰਿਆਂ ਨੂੰ ਉਹਦਾ ਹੀ ਆਸਰਾ, ਉਹਦਾ ਹੀ ਸਹਾਰਾ ਲੈਣਾ ਚਾਹੀਦਾ ਹੈ, ਕਿਉਂਕਿ ਉਸ ਤੋਂ ਵੱਡਾ ਹੋਰ ਕੋਈ ਨਹੀਂ, ਜਿਹਦੇ ਰਾਹੀਂ ਇਹ ਦਾਤਾਂ ਪ੍ਰਾਪਤ ਕਰਦੇ ਹਾਂ, ਜਿਹਨੇ ਇਹ ਸਭ ਕੁਝ ਸਾਨੂੰ ਬਖਸ਼ਿਸ਼ ਦੇ ਰੂਪ ਵਿੱਚ ਦਿੱਤਾ ਹੈ। ਭਾਈ ਉਹਦਾ ਸਿਮਰਨ ਕਰਨਾ ਚਾਹੀਦਾ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਆਓ ਅੰਤ ਗੁਰਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ